ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਦੋਸਤੋ, ਅਸੀਂ ਪਿਛਲੇ ਕਈ ਦਿਨਾਂ ਤੋਂ ਪ੍ਰਭੂ ਯਿਸੂ ਜੀ ਦੇ ਕੁਮਾਰੀ ਤੋਂ ਪੈਦਾ ਹੋਣ ਬਾਰੇ ਚਰਚਾ ਕਰ ਰਹੇ ਸੀ। ਇਸੇ ਲੜੀ ਦੇ ਵਿੱਚ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਜਾਣਿਆ ਕਿ ਪ੍ਰਭੂ ਯਿਸੂ ਜੀ ਦਾ ਜਨਮ ਯਹੂਦੀਆਂ ਦੇ ਸ਼ਹਿਰ ਬੈਤਲਹਿਮ ਦੇ ਵਿੱਚ ਹੀ ਕਿਉਂ ਹੋਇਆ। ਇਸ ਦੇ ਜਵਾਬ ਵਿੱਚ ਤਿੰਨ ਤਰ੍ਹਾਂ ਦੇ ਨਜ਼ਰੀਏ ਪੇਸ਼ ਕੀਤੇ ਗਏ। ਅਸੀਂ ਬੈਤਲਹਿਮ ਦੇ ਇਤਿਹਾਸਿਕ ਅਤੇ ਪ੍ਰਤੀਕਾਤਮਕ ਮਹੱਤਵ ਨੂੰ ਜਾਣਿਆ। ਅਸੀਂ ਇਸ ਦੇ ਉੱਤੇ ਭਵਿੱਖਬਾਣੀ ਪੱਖੋਂ ਵੀ ਗੌਰ ਕੀਤਾ। ਦੋਸਤੋ, ਤੁਹਾਨੂੰ ਪਤਾ ਹੋਏਗਾ ਕਿ ਜਦੋਂ ਪ੍ਰਭੂ ਯਿਸੂ ਜੀ ਦਾ ਜਨਮ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਜਨਮ ਬਾਰੇ ਦੱਸਿਆ ਗਿਆ, ਜਿਨ੍ਹਾਂ ਵਿੱਚੋਂ ਵੱਡੇ ਵੱਡੇ ਰਾਜੇ, ਨਬੀ, ਜਾਜਕ, ਯਿਸੂ ਦੇ ਮਾਤਾ ਪਿਤਾ ਅਤੇ ਹੋਰ ਬਹੁਤ ਸਾਰੇ ਲੋਕ ਸ਼ਾਮਿਲ ਸਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਾਂਗੇ ਕਿ ਪ੍ਰਭੂ ਯਿਸੂ ਜੀ ਦੇ ਜਨਮ ਦਾ ਸੰਦੇਸ਼ ਭੇਡਾਂ ਬੱਕਰੀਆਂ ਨੂੰ ਚਰਾਉਣ ਵਾਲੇ ਚਰਵਾਹਿਆਂ ਨੂੰ ਕਿਉਂ ਦਿੱਤਾ ਗਿਆ। ਇਸ ਦੇ ਜਵਾਬ ਨੂੰ ਪ੍ਰਾਪਤ ਕਰਨ ਦੇ ਲਈ ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਸਾਡੇ ਅਧਿਐਨ ਦਾ ਮੁੱਖ ਵਿਸ਼ਾ ਹੈ ਚਰਵਾਹੇ ਕਿਉਂ। ਨੰਬਰ 1, ਚਰਵਾਹਿਆਂ ਨੂੰ ਸੰਦੇਸ਼ ਮਿਲਿਆ। ਇਸ ਦੇ ਵਿੱਚ ਅਸੀਂ ਸੰਦੇਸ਼ ਦੇ ਬਾਰੇ ਦੇਖਦੇ ਹੋਏ ਜਿਨ੍ਹਾਂ ਗੱਲਾਂ ਦੇ ਉੱਤੇ ਗੌਰ ਕਰਾਂਗੇ ਉਹ ਹਨ: ਇੱਕ ਬੇਸਹਾਰਾ ਮੁਕਤੀਦਾਤਾ ਬਾਰੇ ਸੰਦੇਸ਼, ਇੱਕ ਮੁਕਤੀਦਾਤੇ ਬਾਰੇ ਸੰਦੇਸ਼, ਇੱਕ ਸਵਰਗੀਏ ਮੁਕਤੀਦਾਤਾ ਬਾਰੇ ਸੰਦੇਸ਼। ਇਸ ਤੋਂ ਬਾਅਦ ਅਸੀਂ ਵੇਖਾਂਗੇ ਨੰਬਰ 2, ਚਰਵਾਹਿਆਂ ਨੂੰ ਸੰਦੇਸ਼ ਦਾ ਜਵਾਬ ਦਿੱਤਾ। ਨੰਬਰ 3, ਚਰਵਾਹਿਆਂ ਨੂੰ ਸੰਦੇਸ਼ ਨੂੰ ਦੁਬਾਰਾ ਦੱਸਿਆ। ਅਤੇ ਅਖੀਰ ਦੇ ਵਿੱਚ ਅਸੀਂ ਵੇਖਾਂਗੇ ਨੰਬਰ 4, ਚਰਵਾਹਿਆਂ ਨੇ ਇਸ ਸੰਦੇਸ਼ ਦੀ ਖੁਸ਼ੀ ਨੂੰ ਮਨਾਇਆ। ਇਸ ਦੇ ਬਾਰੇ ਅਸੀਂ ਚਰਚਾ ਕਰਾਂਗੇ। ਸੋ ਦੋਸਤੋ, ਕੀ ਤੁਸੀਂ ਅੱਜ ਦੇ ਅਧਿਐਨ ਦੇ ਲਈ ਤਿਆਰ ਹੋ? ਤਾਂ ਫਿਰ ਆਓ ਆਪਣੇ ਅਧਿਐਨ ਨੂੰ ਸ਼ੁਰੂ ਕਰਦੇ ਹਾਂ। ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਆਓ ਇਸ ਮਧੁਰ ਅਤੇ ਮਿੱਠੇ ਭਜਨ ਨੂੰ ਸੁਣਦੇ ਹਾਂ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। तो बरकता सब लोग पावण के, उस तो बरकता सब लोग पावण ते कौमा होस्तियां धन्यवाद गावण, ते कौमा होस्तियां धन्यवाद गावण। खुदा पाक ना है शान वाला, खुदा दा पाक ना है शान वाला, सदा तीकर मुबारक हो रहेगा।
सदा कर मुबारक हो रहेगा। सिताइश बाप बेटे पाक रूह दी, सिताइश बाप बेटे पाक रूह दी। सदा तो है सदा ती कर रहेगी, सदा तो है सदा ती कर रहेगी। ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਇਆਲੀ ਕਿਉਂ? ਲੂਕਾ 2 ਅਧਿਆਏ 8 ਵਚਨ ਤੋਂ ਲੈ ਕੇ 14 ਵਚਨ ਤੱਕ। ਨੰਬਰ 1, ਇਆਲੀਆ ਨੂੰ ਸੰਦੇਸ਼ ਮਿਲਿਆ। ਲੂਕਾ 2 ਅਧਿਆਏ 8 ਵਚਨ। ਭਾਗ ਊੜਾ, ਇੱਕ ਬੇਸਹਾਰਾ ਮੁਕਤੀਦਾਤਾ ਬਾਰੇ ਸੰਦੇਸ਼। ਲੂਕਾ 2 ਅਧਿਆਏ 12 ਵਚਨ। ਭਾਗ ਐੜਾ, ਇੱਕ ਦਿਨ ਮੁਕਤੀਦਾਤਾ ਬਾਰੇ ਸੰਦੇਸ਼। ਲੂਕਾ 2 ਅਧਿਆਏ 12 ਵਚਨ। ਭਾਗ ਈੜੀ, ਇੱਕ ਸਵਰਗੀ ਮੁਕਤੀਦਾਤਾ ਬਾਰੇ ਸੰਦੇਸ਼। ਲੂਕਾ 2 ਅਧਿਆਏ 13 ਤੇ 14 ਵਚਨ। ਨੰਬਰ 2, ਇਆਲੀਆ ਨੂੰ ਸੰਦੇਸ਼ ਦਾ ਜਵਾਬ ਦਿੱਤਾ। ਲੂਕਾ 2 ਅਧਿਆਏ 15 ਤੋਂ 16 ਵਚਨ। ਨੰਬਰ 3, ਇਆਲੀਆ ਨੂੰ ਸੰਦੇਸ਼ ਨੂੰ ਦੁਬਾਰਾ ਦੱਸਿਆ। ਲੂਕਾ 2 ਅਧਿਆਏ 17 ਵਚਨ। ਨੰਬਰ 4, ਇਆਲੀਆ ਨੇ ਇਸ ਸੰਦੇਸ਼ ਦੀ ਖੁਸ਼ੀ ਮਨਾਈ। ਲੂਕਾ 2 ਅਧਿਆਏ 20 ਵਚਨ। ਉਸ ਰਾਤ ਜਦੋਂ ਮੁਕਤੀਦਾਤਾ ਦਾ ਜਨਮ ਹੋਇਆ, ਉਸ ਨੂੰ ਸਲਾਮ ਕਰਨ ਲਈ ਕਿਹਨਾਂ ਨੂੰ ਸੰਦੇਸ਼ ਮਿਲਿਆ? ਦੁਨੀਆ ਦੇ ਸਮਰਾਟਾਂ, ਜਾਜਕਾਂ, ਨਬੀਆਂ ਜਾਂ ਵਿਦਵਾਨਾਂ ਨੂੰ? ਹਾਂ, ਇਹ ਸੱਚ ਹੈ ਕਿ ਇਆਲੀ ਦੂਰ ਦੇਸ਼ ਵਿੱਚੋਂ ਆਏ ਅਤੇ ਉਹ ਆਪਣੇ ਨਾਲ ਸੋਨਾ, ਲੁਬਾਨ ਅਤੇ ਗੰਧਰਸ ਵਰਗੇ ਕੀਮਤੀ ਤੋਹਫੇ ਲੈ ਕੇ ਆਏ। ਇਹ ਵੀ ਸੱਚ ਹੈ ਕਿ ਸਵਰਗ ਵੀ ਖੁੱਲ੍ਹ ਗਿਆ ਅਤੇ ਦੂਤਾਂ ਦੀ ਮੰਡਲੀ ਪਰਮੇਸ਼ਰ ਦੀ ਉਸਤਤ ਦੇ ਗੀਤ ਗਾਉਂਦੀ ਇਸ ਧਰਤੀ ਤੇ ਆਈ। ਪਰ ਮਨੁੱਖਾਂ ਵਿੱਚੋਂ ਸਭ ਤੋਂ ਪਹਿਲਾਂ ਉਸ ਨੂੰ ਮਿਲਣ ਲਈ ਕੌਣ ਗਿਆ? ਇਹ ਇੱਕ ਅਜਿਹਾ ਸਨਮਾਨ ਸੀ ਜੋ ਸਭ ਤੋਂ ਦੀਨ ਵਿਅਕਤੀਆਂ ਲਈ ਸੰਭਾਲ ਕੇ ਰੱਖਿਆ ਗਿਆ ਸੀ, ਜਿਨ੍ਹਾਂ ਨੂੰ ਮੁੱਢਲੇ ਤੌਰ ਤਰੀਕੇ ਜਾਂ ਸ਼ਿਸ਼ਟਾਚਾਰ ਨੂੰ ਆਉਂਦੇ ਸਨ, ਜਿਨ੍ਹਾਂ ਦੀ ਭਾਸ਼ਾ ਤੁਹਾਡੇ ਬੱਚਿਆਂ ਦੇ ਕੰਨਾਂ ਲਈ ਨਿਕੰਮੀ ਹੈ। ਉਹ ਉਸ ਸਮੇਂ ਵਿੱਚ ਘੱਟ ਤੋਂ ਘੱਟ ਪੈਸੇ ਕਮਾਉਣ ਵਾਲੇ ਸਨ, ਜਿਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ। ਉਹਨਾਂ ਦੇ ਨਾਮ ਵੀ ਸਨ, ਪਰ ਸਾਨੂੰ ਨਹੀਂ ਪਤਾ ਉਹ ਕੀ ਸਨ। ਫਿਰ ਵੀ ਉਸ ਦਿਨ ਉਹਨਾਂ ਦਾ ਜਿੱਥੇ ਕਿਤੇ ਵੀ ਜ਼ਿਕਰ ਆਇਆ ਅਤੇ ਜਿੱਥੇ ਵੀ ਉਹਨਾਂ ਦਾ ਜ਼ਿਕਰ ਕੀਤਾ ਗਿਆ, ਉਹਨਾਂ ਨੂੰ ਮਨੁੱਖੀ ਇਤਿਹਾਸ ਵਿੱਚ ਇਸ ਖੁਸ਼ੀ ਦੇ ਪਲ ਲਈ ਮਹਿਮਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਮਹਾਨ ਇਤਿਹਾਸਕਾਰ ਅਤੇ ਟੀਕਾਕਾਰ ਵਿਲੀਅਮ ਬਾਰਕਲੇ ਆਪਣੀ ਕਿਤਾਬ ਗੁੱਡ ਟਾਈਡਿਸ ਆਫ ਗ੍ਰੇਟ ਜੋਏ ਵਿੱਚ ਇਸ ਵਿਚਿੱਤਰ ਘਟਨਾ ਅਤੇ ਸਭ ਤੋਂ ਪਹਿਲਾਂ ਇਹ ਇਆਲੀਆ ਤੇ ਕਿਵੇਂ ਪ੍ਰਗਟ ਕੀਤੀ ਗਈ ਬਾਰੇ ਲਿਖਦਾ ਹੈ, ਅਤੇ ਉਹ ਇਸ ਤਰ੍ਹਾਂ ਕਹਿੰਦਾ ਹੈ, ਇਹ ਇੱਕ ਅਦਭੁਤ ਗੱਲ ਹੈ ਕਿ ਪਰਮੇਸ਼ਰ ਬਾਰੇ ਸਭ ਤੋਂ ਪਹਿਲੀ ਘੋਸ਼ਣਾ ਇਆਲੀਆ ਨੂੰ ਕੀਤੀ ਗਈ। ਉਸ ਸਮੇਂ ਦੇ ਕੱਟੜਪੰਥੀ ਲੋਕ ਇਆਲੀਆ ਨੂੰ ਨਫ਼ਰਤ ਕਰਦੇ ਸਨ। ਉਹਨਾਂ ਨੂੰ ਰਸਮੀ ਸ਼ਰ੍ਹਾ ਦੀਆਂ ਗੱਲਾਂ ਨੂੰ ਨਹੀਂ ਮੰਨਣ ਦੀ ਮਨਾਹੀ ਸੀ ਅਤੇ ਉਹ ਹੱਥ ਧੋਣ ਵਰਗੀਆਂ ਨਿੱਕੀਆਂ-ਨਿੱਕੀਆਂ ਗੱਲਾਂ ਅਤੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਹੀਂ ਕਰ ਸਕਦੇ ਸਨ। ਫਿਰ ਵੀ ਪਰਮੇਸ਼ਰ ਦਾ ਪਹਿਲਾ ਸੰਦੇਸ਼ ਇਹਨਾਂ ਸਿੱਧੇ ਸਾਦੇ ਲੋਕਾਂ ਕੋਲ ਆਇਆ। ਲੂਕਾ ਦੀ ਲਿਖਤ ਦੇ ਹਾਲਾਤ ਸਾਨੂੰ ਦੱਸਦੇ ਹਨ ਕਿ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ। ਤੁਸੀਂ ਇਹਨਾਂ ਮਰਦਾਂ ਅਤੇ ਔਰਤਾਂ ਬਾਰੇ ਇਸ ਗੱਲ ਦੇ ਯਕੀਨੀ ਹੋ ਸਕਦੇ ਹੋ ਕਿ ਕਿਸੇ ਵੀ ਯਹੂਦੀ ਇਤਿਹਾਸਕਾਰ ਨੇ ਮਸੀਹ ਦੇ ਧਰਤੀ ਤੇ ਆਉਣ ਦੇ ਬਾਰੇ ਇਆਲੀਆਂ ਦੀ ਇਹੋ ਜਿਹੀ ਸੰਸਥਾਪਿਤ ਕਹਾਣੀਆਂ ਨੂੰ ਨਹੀਂ ਲਿਖੀ। ਸਾਰ ਵਰਤਮਾਨ ਯਹੂਦੀ ਵਿਚਾਰ ਅਜਿਹੀ ਕਹਾਣੀਆਂ ਦੇ ਖਿਲਾਫ ਹੋਣਗੇ। ਇਸ ਲਈ ਇਆਲੀ ਹੀ ਕਿਉਂ? ਇਬਰਾਨੀ ਵਿਦਵਾਨ ਐਲਫਰੈਡ
ਐਡ ਰਿਸ਼ੇਮ ਸਾਨੂੰ ਦੱਸਦਾ ਹੈ ਕਿ ਬੈਤਲਹਮ ਦੇ ਨੇੜੇ ਝੁੰਡ ਆਮ ਭੇਡਾਂ ਦੇ ਸਨ, ਪਰ ਇੱਥੇ ਉਹਨਾਂ ਭੇਡਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਸੀ ਜਿਨ੍ਹਾਂ ਨੂੰ ਹੈਕਲ ਵਿੱਚ ਕੁਰਬਾਨੀ ਲਈ ਵਰਤਿਆ ਜਾਂਦਾ ਸੀ। ਲੇਲੇ ਦੀ ਤਸਵੀਰ ਬਾਈਬਲ ਵਿੱਚ ਮਸੀਹ ਦੀ ਸਭ ਤੋਂ ਦ੍ਰਿੜ ਤਸਵੀਰ ਹੈ ਅਤੇ ਲੇਲੇ ਦੇ ਜਨਮ ਬਾਰੇ ਸੁਸਮਾਚਾਰ ਸੁਣਨ ਲਈ ਇਆਲੀਆਂ ਤੋਂ ਵੱਧ ਯੋਗ ਹੋਰ ਕੌਣ ਹੋਣਾ ਸੀ। ਜਦੋਂ ਅਸੀਂ ਮਸੀਹ ਦੇ ਆਉਣ ਅਤੇ ਉਸ ਦੇ ਬੈਤਲਹਮ ਦੇ ਇਆਲੀਆਂ ਅੱਗੇ ਪਹਿਲੀ ਵਾਰ ਪੇਸ਼ ਹੋਣ ਦੀ ਕਹਾਣੀ ਪੜ੍ਹਦੇ ਹਾਂ, ਅਸੀਂ ਉਸ ਨਮੂਨੇ ਨੂੰ ਵੇਖਦੇ ਹਾਂ ਜਿਸ ਤੇ ਸਾਨੂੰ ਅੱਜ ਚੱਲਣਾ ਚਾਹੀਦਾ ਹੈ। ਅਤੇ ਜਦੋਂ ਅਸੀਂ ਇਸ ਵਿੱਚੋਂ ਇਕੱਠੇ ਗੁਜ਼ਰਦੇ ਹਾਂ, ਜੋ ਸਾਡੇ ਲਈ ਇੱਕ ਬਹੁਤ ਹੀ ਜਾਣਿਆ ਪਛਾਣਿਆ ਇਲਾਕਾ ਹੈ, ਆਓ ਅਸੀਂ ਪਰਮੇਸ਼ਰ ਕੋਲੋਂ ਮੰਗੀਏ ਕਿ ਉਹ ਸਾਨੂੰ ਇਆਲੀਆਂ ਦੇ ਉਦਾਹਰਣ ਨੂੰ ਸਾਡੇ ਆਪਣੇ ਦਿਲਾਂ ਤੇ ਲਾਗੂ ਕਰਨ ਵਿੱਚ ਮਦਦ ਕਰੇ, ਜਦ ਕਿ ਸਾਡਾ ਸਾਹਮਣਾ ਫਿਰ ਮਸੀਹ ਦੇ ਆਉਣ ਦੇ ਸੰਦੇਸ਼ ਨਾਲ ਹੈ। ਨੰਬਰ 1, ਇਆਲੀਆਂ ਨੂੰ ਸੰਦੇਸ਼ ਮਿਲਿਆ। ਲੂਕਾ 2 ਅਧਿਆਇ 8 ਵਚਨ। ਇਹਨਾਂ ਇਆਲੀਆਂ ਬਾਰੇ ਸਭ ਤੋਂ ਪਹਿਲੀ ਗੱਲ ਜਿਸ ਤੇ ਤੁਸੀਂ ਧਿਆਨ ਦਿੰਦੇ ਹੋ ਇਹ ਹੈ, ਉਹਨਾਂ ਨੂੰ ਉਹ ਸੰਦੇਸ਼ ਮਿਲ ਗਿਆ ਜੋ ਦਿੱਤਾ ਗਿਆ ਸੀ। ਆਇਤ 8 ਕਹਿੰਦੀ ਹੈ, ਉਸ ਦੇਸ਼ ਵਿੱਚ ਇਆਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ। ਪ੍ਰਭੂ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਫੇਰੇ ਚਮਕਿਆ ਅਤੇ ਉਹ ਬਹੁਤ ਹੀ ਡਰ ਗਏ। ਤਦ ਦੂਤ ਨੇ ਉਹਨਾਂ ਨੂੰ ਆਖਿਆ, ਨਾ ਡਰੋ, ਕਿਉਂਕਿ ਵੇਖੋ ਮੈਂ ਤੁਹਾਨੂੰ ਇੱਕ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੋਵੇਗੀ। ਪਰ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ, ਜਿਹੜਾ ਮਸੀਹ ਪ੍ਰਭੂ ਹੈ। ਉਸ ਰਾਤ ਪਸ਼ੂਆਂ ਦੇ ਬਾੜੇ ਦਾ ਪ੍ਰਬੰਧ ਕਰਨ ਵਾਲੇ ਉਹਨਾਂ ਹਲੀਮ ਹੱਥਾਂ ਲਈ ਇੱਕ ਅਦਭੁਤ ਪਲ ਦੀ ਕਲਪਨਾ ਕਰੋ। ਇੱਕ ਪਲ ਲਈ ਆਕਾਸ਼ ਕਾਲਾ ਹੋ ਗਿਆ ਅਤੇ ਉਹਨਾਂ ਦੀਆਂ ਆਤਮਾਵਾਂ ਸਗੋਂ ਹੋਰ ਵੀ ਕਾਲੀਆਂ ਹੋ ਗਈਆਂ ਅਤੇ ਅਗਲੇ ਹੀ ਪਲ ਉਹਨਾਂ ਦੇ ਸਾਹਮਣੇ ਇੱਕ ਦੂਤ ਪ੍ਰਗਟ ਹੋ ਗਿਆ ਅਤੇ ਇਹ ਦੂਤ ਉਹਨਾਂ ਲਈ ਇੱਕ ਅਨੋਖੀ ਖਬਰ ਲੈ ਕੇ ਆਇਆ। ਯਕੀਨਨ ਇਆਲੀਆਂ ਨੇ ਵੀ ਉਹੀ ਸਵਾਲ ਇੱਕ ਦੂਜੇ ਨਾਲ ਸਾਂਝੇ ਕੀਤੇ ਹੋਣਗੇ ਜੋ ਸਾਡੇ ਦਿਲਾਂ ਵਿੱਚ ਹਨ। ਯਕੀਨਨ ਜਦੋਂ ਉਹ ਦੂਤ ਨੂੰ ਵੇਖਣ ਤੋਂ ਬਾਅਦ ਆਪਣੀ ਹੈਰਾਨਗੀ ਤੋਂ ਬਾਹਰ ਆਏ ਹੋਣਗੇ ਤਾਂ ਉਹ ਆਪਣੇ ਆਪ ਨੂੰ ਜ਼ਰੂਰ ਪੁੱਛਦੇ ਹੋਣਗੇ। ਉਹ ਸੋਚਦੇ ਹੋਣਗੇ, ਇੱਥੇ ਹੀ ਕਿਉਂ, ਅਸੀਂ ਹੀ ਕਿਉਂ, ਹੁਣੇ ਹੀ ਕਿਉਂ, ਅਤੇ ਉਹ ਡਰ ਗਏ ਸਨ। ਪਰ ਉਹਨਾਂ ਨੂੰ ਉਹ ਸੁਨੇਹਾ ਜਾਂ ਸੰਦੇਸ਼ ਮਿਲ ਗਿਆ ਜੋ ਦੂਤ ਉਹਨਾਂ ਲਈ ਲੈ ਕੇ ਆਇਆ ਸੀ। ਮੇਰੇ ਦੋਸਤੋ, ਜੇ ਤੁਸੀਂ ਉਸ ਸਮੇਂ ਵਿੱਚ ਰਹਿੰਦੇ ਹੁੰਦੇ ਤਾਂ ਤੁਸੀਂ ਇਸ ਸੱਚਾਈ ਤੇ ਗੌਰ ਕਰਦੇ ਕਿ ਇਜ਼ਰਾਈਲ ਦੇ ਇਤਿਹਾਸ ਵਿੱਚ ਲੋਕਾਂ ਦੇ ਬਹੁਤ ਸਾਰੇ ਮੁਕਤੀਦਾਤਾ ਸਨ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨਾਂ ਨੂੰ ਮੁਸ਼ਕਲ ਸਮਿਆਂ ਵਿੱਚੋਂ ਛੁਡਾਉਣ ਵਾਲੇ ਬਹੁਤ ਸਨ। ਇਸਰਾਈਲ ਦੇ ਲੋਕ ਉਸ ਨਮੂਨੇ ਤੇ ਚੱਲਦੇ ਸਨ ਜਿਸ ਦਾ ਸੰਭਥਾ ਸਾਡੀ ਅੱਜ ਦੀ ਦੁਨੀਆ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਉਹ ਕੁਝ ਦੇਰ ਲਈ ਪਰਮੇਸ਼ਰ ਦੇ ਨਾਲ ਚੱਲਦੇ ਸਨ ਅਤੇ ਫਿਰ ਕਿਸੇ ਨਾ ਕਿਸੇ ਗੱਲ ਕਰਕੇ ਪਰਮੇਸ਼ਰ ਨਾਲ ਨਾਰਾਜ਼ ਹੋ ਜਾਂਦੇ ਸਨ ਅਤੇ ਫਿਰ ਉਹ ਪਰਮੇਸ਼ਰ ਨੂੰ ਪੁਕਾਰਦੇ ਸਨ ਅਤੇ ਪਰਮੇਸ਼ਰ ਕਿਸੇ ਨਾ ਕਿਸੇ ਨੂੰ ਉਹਨਾਂ ਦੀ ਮਦਦ ਕਰਨ ਲਈ ਭੇਜਦਾ ਸੀ ਅਤੇ ਉਹ ਫਿਰ ਪਰਮੇਸ਼ਰ ਨਾਲ ਸੰਗਤੀ ਕਰਨ ਲੱਗ ਪੈਂਦੇ ਸਨ ਅਤੇ ਫਿਰ ਕੁਝ ਦੇਰ ਬਾਅਦ ਉਹ ਪਰਮੇਸ਼ਰ ਤੋਂ ਦੂਰ ਹੋ ਜਾਂਦੇ ਸਨ ਅਤੇ ਉਹ ਫਿਰ ਪਰਮੇਸ਼ਰ ਨੂੰ ਪੁਕਾਰਦੇ ਸਨ ਅਤੇ ਪਰਮੇਸ਼ਰ ਕਿਸੇ ਨਾ ਕਿਸੇ ਨੂੰ ਉਹਨਾਂ ਦੀ ਮਦਦ ਕਰਨ ਲਈ ਭੇਜਦਾ ਸੀ। ਦਰਅਸਲ ਨehemia ਦੀ ਕਿਤਾਬ ਉਸ ਦੇ 9 ਅਧਿਆਏ ਵਿੱਚ ਉਸ ਬਾਰੇ ਸਾਡੇ ਕੋਲ ਇੱਕ ਛੋਟੀ ਜਿਹੀ ਮਿਸਾਲ ਹੈ। ਉਹ ਕਹਿੰਦੀ ਹੈ, ਤਦ ਤੂੰ ਉਹਨਾਂ ਨੂੰ ਉਹਨਾਂ ਦੇ ਵਿਰੋਧੀਆਂ ਦੇ ਹੱਥ ਦੇ ਦਿੱਤਾ ਜਿਨ੍ਹਾਂ ਨੇ ਉਹਨਾਂ ਨੂੰ ਸਤਾਇਆ, ਅਤੇ ਜਿਸ ਵੇਲੇ ਉਹਨਾਂ ਨੇ ਦੁੱਖ ਵਿੱਚ ਤੇਰੇ ਅੱਗੇ ਦੁਹਾਈ ਦਿੱਤੀ ਤੈਂ ਆਕਾਸ਼ ਵਿੱਚੋਂ ਉਹਨਾਂ ਦੀ ਸੁਣੀ ਅਤੇ ਆਪਣੀ ਬਹੁਤੀ ਦਿਆਲਤਾ ਦੇ ਅਨੁਸਾਰ ਉਹਨਾਂ ਨੂੰ ਛੁਡਾਉਣ ਵਾਲੇ ਦਿੱਤੇ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਵਿਰੋਧੀਆਂ ਦੇ ਹੱਥੋਂ ਛੁਡਾਇਆ। ਨehemia 9 ਅਧਿਆਇ 27 ਵਚਨ। ਇਸ ਲਈ ਇਸਰਾਏਲ ਦੇ ਲੋਕ ਛੁਡਾਉਣ ਵਾਲਿਆਂ ਦੇ ਆਦੀ ਹੋ ਚੁੱਕੇ ਸਨ ਅਤੇ ਤੁਹਾਨੂੰ ਛੁਡਾਉਣ ਵਾਲਿਆਂ ਦੀ ਇਸ ਲਈ ਲੋੜ ਹੈ ਕਿਉਂਕਿ ਤੁਸੀਂ ਕੋਈ ਨਾ ਕੋਈ ਗੜਬੜੀ ਕਰਦੇ ਰਹਿੰਦੇ ਹੋ। ਸਾਨੂੰ ਛੁਡਾਉਣ ਵਾਲੇ ਜਾਂ ਮੁਕਤੀਦਾਤਾ ਦੀ ਇਸ ਲਈ ਲੋੜ ਹੈ ਕਿਉਂਕਿ ਅਸੀਂ ਸਾਰੇ ਪਾਪ ਵਿੱਚ ਵਿਗੜੇ ਹੋਏ ਹਾਂ। ਕੀ ਅਸੀਂ ਵਿਗੜੇ ਨਹੀਂ ਹਾਂ? ਅਤੇ ਉਹ ਛੁਡਾਉਣ ਵਾਲਿਆਂ ਨੂੰ ਉਹਨਾਂ ਨੂੰ ਆ ਕੇ ਛੁਡਾਉਣ ਦੇ ਆਦੀ ਹੋ ਚੁੱਕੇ ਹਨ। ਪਰ ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ
ਉਹਨਾਂ ਦਾ ਛੁਡਾਉਣ ਵਾਲਾ ਇਸ ਤਰ੍ਹਾਂ ਦਾ ਕਦੀ ਵੀ ਨਹੀਂ ਸੀ। ਉਹਨਾਂ ਦਾ ਛੁਡਾਉਣ ਵਾਲਾ ਜਾਂ ਮੁਕਤੀਦਾਤਾ ਇਹੋ ਜਿਹਾ ਨਹੀਂ ਸੀ ਜਿਸ ਦੀ ਸਭ ਤੋਂ ਪਹਿਲਾਂ ਘੋਸ਼ਣਾ ਏਲੀਯਾਹ ਨੇ ਕੀਤੀ ਹੋਵੇ। ਉਹਨਾਂ ਦੇ ਛੁਡਾਉਣ ਵਾਲੇ ਮਨੁੱਖ ਸਨ, ਪਰ ਉਹਨਾਂ ਨੂੰ ਸਵਰਗ ਵਿੱਚੋਂ ਕੋਈ ਵੀ ਛੁਡਾਉਣ ਵਾਲਾ ਜਾਂ ਮੁਕਤੀਦਾਤਾ ਨਹੀਂ ਮਿਲਿਆ। ਭਾਗ ਊੜਾ ਇੱਕ ਬੇਸਹਾਰਾ ਮੁਕਤੀਦਾਤਾ ਬਾਰੇ ਸੰਦੇਸ਼। ਲੂਕਾ 2 ਅਧਿਆਏ 12 ਵਚਨ। ਅਤੇ ਸਭ ਤੋਂ ਪਹਿਲਾਂ ਉਸ ਰਾਤ ਦੂਤਾਂ ਵੱਲੋਂ ਜੋ ਸੰਦੇਸ਼ ਉਹਨਾਂ ਨੂੰ ਮਿਲਿਆ ਉਹ ਇੱਕ ਬੇਸਹਾਰਾ ਮੁਕਤੀਦਾਤਾ ਬਾਰੇ ਸੀ। ਐਤ ਬਾਰੇ ਕਹਿੰਦੀ ਹੈ, ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ। ਮੈਂ ਇਹ ਕਹਿਣ ਦੀ ਹਿੰਮਤ ਕਰਦਾ ਹਾਂ ਕਿ ਇਸਰਾਇਲ ਵਿੱਚ ਕਿਸੇ ਵੀ ਬੰਦੇ ਨੇ ਇਹ ਨਹੀਂ ਸੀ ਸੋਚਿਆ ਕਿ ਯਿਸੂ ਮਸੀਹ ਉਹਨਾਂ ਦਾ ਮੁਕਤੀਦਾਤਾ ਇੱਕ ਬਾਲਕ ਦੇ ਰੂਪ ਵਿੱਚ ਆਵੇਗਾ। ਉਹ ਕਿਸੇ ਅਜਿਹੀ ਉਮੀਦ ਦੇ ਲਈ ਬੈਠੇ ਸਨ ਕਿ ਕੋਈ ਆਵੇਗਾ ਅਤੇ ਉਹਨਾਂ ਨੂੰ ਰੋਮੀਆਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਏਗਾ। ਉਹਨਾਂ ਨੇ ਇਹ ਕਦੇ ਨਹੀਂ ਸੋਚਿਆ ਕਿ ਮੁਕਤੀਦਾਤਾ ਦਾ ਜਨਮ ਖੁਰਲੀ ਵਿੱਚ ਹੋਵੇਗਾ। ਮੈਕਸ ਲੁਕਾਡੋ ਮੁਕਤੀਦਾਤਾ ਦੀ ਬੇਵਸੀ ਦਾ ਵਰਣਨ ਕਰਦਾ ਹੈ। ਉਹ ਕਹਿੰਦਾ ਹੈ, ਉਹ ਹੋਰ ਕੋਈ ਨਹੀਂ ਪਰ ਰਾਜਾ ਵਰਗਾ ਦਿਸਦਾ ਹੈ। ਉਸ ਦਾ ਚਿਹਰਾ ਲਾਲ ਹੈ। ਉਸ ਦਾ ਰੋਣਾ ਹਾਲੇ ਕਿ ਮਜ਼ਬੂਤ ਅਤੇ ਤੰਦਰੁਸਤ ਹੈ, ਪਰ ਹਾਲੇ ਵੀ ਉਹ ਬੇਸਹਾਰਾ ਹੈ ਅਤੇ ਉਹ ਆਪਣੀ ਸਲਾਮਤੀ ਲਈ ਪੂਰੀ ਤਰ੍ਹਾਂ ਮਰੀਅਮ ਤੇ ਨਿਰਭਰ ਹੈ। ਦੁਨੀਆ ਵਿੱਚ ਸ਼ਾਨ, ਭੇਡਾਂ ਦੀ ਰੂੜੀ ਅਤੇ ਪਸੀਨੇ ਦੇ ਗੰਧਮੰਦ ਵਿੱਚ ਪਵਿੱਤਰਤਾ ਏ। ਇਲਾਹੀ ਪਰਮੇਸ਼ਰ ਇੱਕ ਕੁਆਰੀ ਦੀ ਕੁੱਖ ਅਤੇ ਇੱਕ ਤਰਖਾਣ ਦੀ ਮੌਜੂਦਗੀ ਵਿੱਚ ਇਸ ਸੰਸਾਰ ਵਿੱਚ ਦਾਖਲ ਹੋਇਆ। ਇਸ ਬੱਚੇ ਨੇ ਇੱਕ ਵਾਰ ਸਾਰੇ ਜਗਤ ਨੂੰ ਨਜ਼ਰ ਅੰਦਾਜ਼ ਕੀਤਾ ਸੀ। ਇਹ ਪਾਟੇ ਪੁਰਾਣੇ ਕੱਪੜੇ ਜੋ ਉਸ ਨੂੰ ਨਿੱਘ ਦੇ ਰਹੇ ਸਨ, ਸੰਦੀਪਕਾ ਦੇ ਵਸਤਰ ਸਨ। ਉਸ ਦੇ ਸੁਨਹਿਰੀ ਸਿਆਸਨ ਦਾ ਕਮਰਾ ਗੱਦੀਆਂ ਭੇਡਾਂ ਦੇ ਵਾੜੇ ਲਈ ਤਿਆਗ ਦਿੱਤਾ ਗਿਆ ਸੀ ਅਤੇ ਉਸ ਦੀ ਉਸਤਤ ਕਰਨ ਵਾਲੇ ਦੂਤਾਂ ਦੀ ਥਾਂ ਇਹਨਾਂ ਇਆਲੀਆਂ ਨੇ ਲੈ ਲਈ ਸੀ। ਜਦੋਂ ਯਿਸੂ ਆਇਆ ਅਤੇ ਪਹਿਲੀ ਵਾਰ ਇਹਨਾਂ ਇਆਲੀਆਂ ਦੇ ਅੱਗੇ ਪੇਸ਼ ਕੀਤਾ ਗਿਆ, ਉਹ ਖੁਰਲੀ ਵਿੱਚ ਪੈ ਇੱਕ ਬੇਸਹਾਰਾ ਮੁਕਤੀਦਾਤਾ ਦੇ ਰੂਪ ਵਿੱਚ ਆਇਆ ਸੀ, ਪਰ ਉਹ ਇੱਕ ਦੀਨ ਮੁਕਤੀਦਾਤਾ ਵੀ ਸੀ। ਐਤ 12 ਕਹਿੰਦੀ ਹੈ, ਖੁਰਲੀ ਵਿੱਚ ਪਿਆ, ਸਭ ਤੋਂ ਦੀਨ ਚੂਲਾ। ਅਸਲ ਵਿੱਚ ਖੁਰਲੀ ਦਾ ਅਰਥ ਹੈ ਚਾਰਾ ਪਾਉਣ ਵਾਲਾ ਕੁੰਡ। ਉਸ ਨੂੰ ਸਭ ਤੋਂ ਪਹਿਲਾਂ ਮਿਲਣ ਆਉਣ ਵਾਲੇ ਸਭ ਤੋਂ ਦੀਨ ਲੋਕ ਇਆਲੀ ਹੀ ਸਨ। ਅਤੇ ਤੁਸੀਂ ਜਾਣਦੇ ਹੋ ਕਿ ਇਹ ਸਾਡੇ ਸਭਨਾਂ ਦਾ ਵਿਰੋਧ ਕਰਦੀ ਹੈ, ਕਿਉਂਕਿ ਜੇ ਅਸੀਂ ਕਹਾਣੀ ਲਿਖਣੀ ਹੁੰਦੀ ਤਾਂ ਅਸੀਂ ਇਸ ਤਰ੍ਹਾਂ ਨਾ ਲਿਖਦੇ। ਅਤੇ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਯਿਸੂ ਇਸ ਤਰ੍ਹਾਂ ਧਰਤੀ ਤੇ ਆਇਆ। ਦੂਜਾ ਕਰੰਥੀਆਂ 8:9 ਵਚਨ ਕਹਿੰਦਾ ਹੈ, ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਜੋ ਭਾਵੇਂ ਉਹ ਧਨੀ ਸੀ ਪਰ ਤੁਹਾਡੇ ਲਈ ਉਹ ਨਿਰਧਨ ਬਣਿਆ, ਪਰ ਤੁਸੀਂ ਉਹਦੀ ਨਿਰਧਨਤਾਈ ਤੋਂ ਧਨੀ ਹੋ ਜਾਓ। ਜੇ ਯਿਸੂ ਉਸ ਤਰ੍ਹਾਂ ਆਉਂਦਾ ਜਿਵੇਂ ਯਹੂਦੀਆਂ ਨੇ ਉਸ ਦੇ ਆਉਣ ਦੀ ਉਮੀਦ ਕੀਤੀ ਸੀ, ਜਿਵੇਂ ਸਬਤਾਂ ਨੇ ਕਿਆਸ ਲਾਇਆ, ਜੇ ਉਹ ਇੱਕ ਰਾਜਾ ਦੇ ਤੌਰ ਤੇ ਆਉਂਦਾ, ਜੇ ਉਹ ਠਾਠ ਬਾਠ ਨਾਲ ਆਉਂਦਾ, ਤਾਂ ਜਗਤ ਦਾ ਮੁਕਤੀਦਾਤਾ ਹੋਣ ਦੇ ਨਾਤੇ ਉਹ ਸਭ ਲੋਕ ਜੋ ਆਪਣੇ ਆਪ ਨੂੰ ਉਸ ਤੋਂ ਨੀਵਾਂ ਮਹਿਸੂਸ ਕਰਦੇ ਅਤੇ ਖੁਦ ਨੂੰ ਉਸ ਦੇ ਅਯੋਗ ਸਮਝਦੇ, ਉਸ ਨੂੰ ਕਬੂਲ ਕਰਨ ਲਈ ਉਸ ਕੋਲ ਕਦੀ ਨਾ ਆਉਂਦੇ। ਪਰ ਮੇਰੇ ਦੋਸਤੋ, ਯਿਸੂ ਮਸੀਹ ਸਭ ਤੋਂ ਦੀਨ ਤਰੀਕੇ ਨਾਲ ਆਇਆ। ਉਹ ਦੀਨਤਾਈ ਨਾਲ ਅਤੇ ਬੇਸਹਾਰਾ ਹੋ ਕੇ ਆਇਆ, ਤਾਂ ਕਿ ਕੋਈ ਵੀ ਅਜਿਹਾ ਨਾ ਹੁੰਦਾ ਜੋ ਕਹਿੰਦਾ, ਮੈਂ ਤਾਂ ਬਹੁਤ ਪਾਪੀ ਹਾਂ, ਮੈਂ ਉਸ ਲਈ ਤੁੱਛ ਹਾਂ, ਮੈਂ ਉਸ ਲਈ ਇੱਕ ਮਾਮੂਲੀ ਇਨਸਾਨ ਹਾਂ। ਭਾਵੇਂ ਅਸੀਂ ਕੋਈ ਵੀ ਹਾਂ, ਇਸ ਦਾ ਕੋਈ ਫਰਕ ਨਹੀਂ ਪੈਂਦਾ। ਉਸ ਨੇ ਸਾਡੇ ਸਾਰਿਆਂ ਲਈ ਬੂਹੇ ਨੂੰ ਖੋਲ੍ਹ ਦਿੱਤਾ ਹੈ। ਇੱਕ ਕਵੀ ਇਸ ਤਰ੍ਹਾਂ ਲਿਖਦਾ ਹੈ, ਉਹ ਸਭ ਰਾਜੇ ਦੀ ਉਡੀਕ ਕਰ ਰਹੇ ਸਨ ਕਿ ਉਹ ਆਵੇਗਾ ਅਤੇ ਉਹਨਾਂ ਦੇ ਦੁਸ਼ਮਣਾਂ ਨੂੰ ਮਾਰ ਮੁਕਾਵੇਗਾ ਅਤੇ ਉਹਨਾਂ ਨੂੰ ਉੱਚਿਆ ਕਰੇਗਾ। ਇੱਕ ਛੋਟਾ ਜਿਹਾ ਬੱਚਾ ਆਇਆ ਜਿਸ ਨੇ ਇੱਕ ਔਰਤ ਨੂੰ ਰੁਵਾ ਦਿੱਤਾ। ਮੁਕਤੀਦਾਤਾ ਦਾ ਆਉਣਾ ਉਸ ਨਾਲੋਂ ਕਿੰਨਾ ਅਲੱਗ ਹੈ ਜਿਸ ਤਰੀਕੇ ਅਸੀਂ ਉਸ ਦੇ ਆਉਣ ਦੀ ਉਮੀਦ ਕੀਤੀ ਸੀ, ਅਤੇ ਫਿਰ ਵੀ ਇਹ ਸੱਚ ਕਿੰਨਾ ਅਦਭੁਤ ਹੈ ਜੋ ਉਸ ਮੁਕਤੀਦਾਤਾ ਬਾਰੇ ਇਆਲੀਆਂ ਨੂੰ ਦੂਤਾਂ ਦੁਆਰਾ ਦੱਸਿਆ ਗਿਆ ਸੀ। ਇਹ ਉਹੀ ਮੁਕਤੀਦਾਤਾ ਹੈ ਜਿਸ ਦੇ ਬਾਰੇ ਅਸੀਂ ਪਵਿੱਤਰ ਸ਼ਾਸਤਰ ਵਿੱਚ ਪੜ੍ਹਿਆ ਹੈ, ਬੇਸਹਾਰਾ ਅਤੇ ਦੀਨ। ਉਸ ਦੀ ਸਾਰੀ ਜ਼ਿੰਦਗੀ ਨੂੰ ਸੁਰ ਦੇਣ ਵਾਸਤੇ ਉਸ ਦੇ ਸਾਰੇ ਸੰਦੇਸ਼
ਸੁਰ ਦੇਣ ਵਾਸਤੇ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਆਰਾਧਨਾ ਕਰਨ ਅਤੇ ਜਸ਼ਨ ਮਨਾਉਣ ਲਈ ਇਆਲੀਆਂ ਦਾ ਇੱਕ ਜੱਥਾ ਲਿਆਂਦਾ। ਕਿਸੇ ਨੇ ਕਿਹਾ ਹੈ ਕਿ ਯਿਸੂ ਦੀ ਉਮਰ ਹਾਲੇ ਸਿਰਫ ਕੁਝ ਹੀ ਮਿੰਟਾਂ ਦੀ ਹੋਈ ਸੀ, ਪਰ ਉਸ ਨੂੰ ਇਹ ਸੱਚ ਪਸੰਦ ਆਇਆ ਹੋਵੇਗਾ ਕਿ ਇਆਲੀ ਉੱਥੇ ਸਨ। ਇਹ ਉਹੀ ਸੀ ਜਿਹੜਾ ਬਾਅਦ ਵਿੱਚ ਚੁੰਗੀ ਲੈਣ ਵਾਲੇ ਦੇ ਘਰ ਗਿਆ, ਜਿਸ ਨੂੰ ਸਾਰੇ ਲੋਕ ਨਫ਼ਰਤ ਕਰਦੇ ਸਨ ਅਤੇ ਉਸ ਨੂੰ ਇੱਕ ਪਾਪੀ ਵਜੋਂ ਜਾਣਿਆ ਜਾਂਦਾ ਸਨ। ਇਹ ਉਹ ਗੁਰੂ ਸੀ ਜਿਸ ਨੂੰ ਧਰਤੀ ਤੇ ਸੇਵਾ ਕਰਨ ਲਈ ਥੋੜਾ ਜਿਹਾ ਸਮਾਂ 3 ਸਾਲ ਤੋਂ ਵੱਧ ਨਹੀਂ ਦਿੱਤੇ ਗਏ। ਫਿਰ ਵੀ ਉਸ ਕੋਲ ਉਸ ਦੀ ਡਿੱਗਦੀ ਹੋਈ ਭੀੜ ਲਈ ਸਮਾਂ ਸੀ। ਉਸ ਨੇ ਕੋੜ੍ਹਿਆਂ ਨੂੰ ਛੂਹਿਆ, ਉਸ ਨੇ ਬਿਮਾਰਾਂ ਨੂੰ ਚੰਗਾ ਕੀਤਾ, ਉਸ ਨੇ ਉਹਨਾਂ ਦੀਆਂ ਅੱਖਾਂ ਤੋਂ ਅੰਨ੍ਹੇਪਨ ਨੂੰ ਦੂਰ ਕੀਤਾ, ਜਿਨ੍ਹਾਂ ਕਦੀ ਰੋਸ਼ਨੀ ਵੀ ਨਹੀਂ ਵੇਖੀ ਸੀ। ਉਸ ਕਿਸੇ ਨੂੰ ਤੁੱਛ ਨਹੀਂ ਸੀ ਜਾਣਦਾ ਅਤੇ ਉਹ ਇਹ ਕਹਾਣੀ ਆਪਣੇ ਜਨਮ ਦੇ ਸੁਭਾਅ ਵਿੱਚ ਦੱਸਦਾ ਹੈ। ਉਸ ਨੇ ਸੇਵਕਪੁਣੇ ਦੀ ਮਹਾਨਤਾ ਦੱਸੀ। ਉਸ ਨੇ ਕਿਹਾ ਕਿ ਜਿਹੜਾ ਛੋਟੇ ਤੋਂ ਛੋਟੇ ਦੀ ਸੇਵਾ ਕਰਦਾ ਹੈ, ਉਸ ਨੂੰ ਯਿਸੂ ਦੀ ਸੇਵਾ ਕਰਨ ਦੇ ਬਰਾਬਰ ਗਿਣਿਆ ਜਾਵੇਗਾ। ਉਸ ਵੱਲ ਵੇਖੋ, ਉਸ ਨੂੰ ਖੁਰਲੀ ਵਿੱਚ ਪਿਆ ਵੇਖੋ, ਉਸ ਨੂੰ ਉਸ ਦੀ ਜ਼ਿੰਦਗੀ ਵਿੱਚ ਵੇਖੋ ਅਤੇ ਤੁਸੀਂ ਪਰਮੇਸ਼ਰ ਦੀ ਸ਼ਕਤੀ ਅਤੇ ਮਨੁੱਖਤਾ ਅਤੇ ਮੁਕਤੀਦਾਤਾ ਦੀ ਦੀਨਤਾ ਦਰਮਿਆਨ ਦੁਫਾੜ ਵੇਖੋਗੇ। ਉਸ ਨੇ ਆਪਣੀ ਸੇਵਕਾਈ ਭੁੱਖੇ ਰਹਿ ਕੇ ਸ਼ੁਰੂ ਕੀਤੀ, ਫਿਰ ਵੀ ਉਹ ਜੀਵਨ ਦੀ ਰੋਟੀ ਹੈ। ਉਸ ਨੇ ਧਰਤੀ ਤੇ ਆਪਣੀ ਸੇਵਕਾਈ ਧਿਆਏ ਰਹਿ ਕੇ ਖਤਮ ਕੀਤੀ, ਫਿਰ ਵੀ ਉਹ ਅੰਮ੍ਰਿਤ ਜਲ ਹੈ। ਉਹ ਥੱਕਿਆ, ਪਰ ਫਿਰ ਵੀ ਉਹ ਸਾਡਾ ਆਰਾਮ ਹੈ। ਉਸ ਨੇ ਨਜ਼ਰਾਨਾ ਦਿੱਤਾ, ਫਿਰ ਵੀ ਉਹ ਸਾਡਾ ਰਾਜਾ ਹੈ। ਉਸ ਦੇ ਵਿੱਚ ਭੂਤ ਹੋਣ ਦਾ ਉਸ ਤੇ ਇਲਜ਼ਾਮ ਲਗਾਇਆ ਗਿਆ, ਫਿਰ ਵੀ ਉਸ ਨੇ ਦੂਜਿਆਂ ਵਿੱਚੋਂ ਭੂਤ ਕੱਢੇ। ਉਹ ਰੋਇਆ, ਫਿਰ ਵੀ ਉਹ ਸਾਡੇ ਹੰਝੂਆਂ ਨੂੰ ਪੋਸਦਾ ਹੈ। ਉਸ ਨੂੰ ਚਾਂਦੀ ਦੇ 30 ਸਿੱਕਿਆਂ ਲਈ ਵੇਚ ਦਿੱਤਾ ਗਿਆ, ਫਿਰ ਵੀ ਉਸ ਨੇ ਜਗਤ ਨੂੰ ਛੁਡਾਇਆ। ਉਸ ਨੂੰ ਕੁਰਬਾਨ ਕਰਨ ਲਈ ਇੱਕ ਲੇਲੇ ਦੇ ਵਾਂਗ ਲਿਆਂਦਾ ਗਿਆ, ਫਿਰ ਵੀ ਉਹ ਇੱਕ ਅੱਛਾ ਇਆਲੀ ਹੈ। ਯਿਸੂ ਮਰ ਗਿਆ, ਪਰ ਉਸ ਨੇ ਆਪਣੀ ਮੌਤ ਦੇ ਰਾਹੀਂ ਸਾਡੇ ਸਾਰਿਆਂ ਲਈ ਮੌਤ ਦਾ ਨਾਸ਼ ਕਰ ਦਿੱਤਾ। ਕੀ ਤੁਸੀਂ ਇਹ ਵੇਖਦੇ ਹੋ? ਇੱਕ ਦੀਨ ਬਾਲਕ ਤੋਂ ਲੈ ਕੇ ਇੱਕ ਮਹਾਨ ਰਾਜਾ, ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਵਿਅਕਤਿਤਵ ਵਿੱਚ ਸਮਾਇਆ ਹੋਇਆ ਹੈ। ਅਤੇ ਇਹ ਇਆਲੀ ਸਨ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਪ੍ਰਕਾਸ਼ ਹੋਇਆ। ਇਹ ਸੀ ਦੀਨ ਮੁਕਤੀਦਾਤਾ ਜਿਸ ਨੂੰ ਇਆਲੀ ਮੱਥਾ ਟੇਕਣ ਲਈ ਆਏ ਸਨ। ਭਾਗ ਈੜੀ, ਇੱਕ ਸਵਰਗੀ ਮੁਕਤੀਦਾਤਾ ਬਾਰੇ ਸੰਦੇਸ਼। ਲੂਕਾ 2 ਅਧਿਆਇ 13 ਤੇ 14 ਵਚਨ। ਉਹ ਇੱਕ ਬੇਸਹਾਰਾ ਅਤੇ ਇੱਕ ਦੀਨ ਮੁਕਤੀਦਾਤਾ ਸੀ। ਅਤੇ ਤੀਜੀ ਗੱਲ, ਉਹ ਇੱਕ ਸਵਰਗੀ ਮੁਕਤੀਦਾਤਾ ਸੀ। 13 ਅਤੇ 14 ਐਤ ਕਹਿੰਦੀ ਹੈ ਕਿ ਇਸ ਮੁਕਤੀਦਾਤਾ ਬਾਰੇ ਸੁਨੇਹਾ ਜਾਂ ਸੰਦੇਸ਼ ਉਹਨਾਂ ਦੁਆਰਾ ਪੇਸ਼ ਕੀਤਾ ਗਿਆ ਜਿਹੜੇ ਖੁਦ ਸਵਰਗ ਤੋਂ ਆਏ ਸਨ। ਪ੍ਰਭੂ ਯਿਸੂ ਸਵਰਗ ਤੋਂ ਧਰਤੀ ਤੇ ਆਇਆ ਤਾਂ ਕਿ ਉਹ ਸਾਡੇ ਵਰਗਾ ਬਣੇ ਅਤੇ ਫਿਲਿੱਪੀਆਂ ਦੀ ਪੱਤਰੀ ਕਹਿੰਦੀ ਹੈ ਕਿ ਉਸ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲ ਹੋਣ, ਕਬਜ਼ਾ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸ ਨੇ ਆਪਣੇ ਆਪ ਨੂੰ ਸੁਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖਾਂ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ, ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ। ਸਵਰਗ ਤੋਂ ਸਿੱਧਾ ਇੱਥੇ ਆਇਆ ਕਿਉਂਕਿ ਤੁਸੀਂ ਵੇਖੋ, ਸਾਡੇ ਵਿੱਚੋਂ ਕਿਸੇ ਲਈ ਵੀ ਉੱਥੇ ਜਾਣਾ ਮੁਮਕਿਨ ਨਹੀਂ ਸੀ। ਸਾਡੇ ਵਿੱਚ ਉਹ ਯੋਗਤਾ ਨਹੀਂ ਹੈ ਜੋ ਉੱਥੇ ਜਾਣ ਲਈ ਚਾਹੀਦੀ ਹੈ। ਉਹ ਇਸ ਲਈ ਥੱਲੇ ਆਇਆ ਕਿਉਂਕਿ ਅਸੀਂ ਉੱਪਰ ਨਹੀਂ ਜਾ ਸਕਦੇ। ਅਖੀਰ ਉਹ ਇਸ ਲਈ ਥੱਲੇ ਆਇਆ ਕਿਉਂਕਿ ਅਸੀਂ ਉੱਪਰ ਨਹੀਂ ਸੀ ਜਾ ਸਕਦੇ। ਸਵਰਗੀ ਮੁਕਤੀਦਾਤਾ। ਨੰਬਰ 2, ਇਆਲੀਆਂ ਨੇ ਸੰਦੇਸ਼ ਦਾ ਜਵਾਬ ਦਿੱਤਾ। ਲੂਕਾ 2 ਅਧਿਆਇ 15 ਵਚਨ ਤੋਂ ਲੈ ਕੇ 16 ਵਚਨ ਤੱਕ। ਖੈਰ, ਇਆਲੀਆਂ ਨੂੰ ਸੰਦੇਸ਼ ਮਿਲਿਆ ਅਤੇ ਫਿਰ ਗੌਰ ਕਰੋ, ਇੱਥੇ ਸਾਡੇ ਸਾਰਿਆਂ ਲਈ ਇੱਕ ਚੰਗੀ ਉਦਾਹਰਨ ਹੈ। ਉਹਨਾਂ ਨੇ ਸੰਦੇਸ਼ ਦਾ ਜਵਾਬ ਦਿੱਤਾ। ਲੂਕਾ 2 ਅਧਿਆਇ 15 ਤੇ 16 ਵਚਨ। ਤਾਂ ਇਉਂ ਹੋਇਆ ਕਿ ਜਦ ਦੂਤ ਉਹਨਾਂ ਦੇ ਕੋਲੋਂ ਆਕਾਸ਼ ਉੱਤੇ ਚਲੇ ਗਏ, ਤਦ ਇਆਲੀਆਂ ਨੇ ਆਪਸ ਵਿੱਚ ਆਖਿਆ, ਆਓ ਹੁਣ ਬੈਤਲਹਮ ਤਿੱਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ, ਜਿਹਦੀ ਪ੍ਰਭੂ ਨੇ ਸਾਨੂੰ ਖਬਰ ਦਿੱਤੀ ਹੈ। ਤਦ ਉਹਨਾਂ ਛੇਤੀ ਨਾਲ ਆਣ ਕੇ ਮਰੀਅਮ ਅਤੇ ਯੂਸਫ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਡਿਠਾ। ਇਆਲੀਆਂ ਨੇ ਸੰਦੇਸ਼ ਦਾ ਜਵਾਬ ਦਿੱਤਾ। ਪਿਆਰੇ ਦਰਸ਼ਕੋ, ਤੁਸੀਂ ਦੇਖ ਰਹੇ ਸੀ ਆਪਣਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪ੍ਰਭੂ ਯਿਸੂ ਜੀ ਦੇ ਜਨਮ ਦੇ ਬਾਰੇ
ਸੰਦੇਸ਼ ਚਰਵਾਹਿਆਂ ਨੂੰ ਕਿਉਂ ਦਿੱਤਾ ਗਿਆ? ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਦੇ ਜਨਮ ਦਾ ਸੰਦੇਸ਼ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਨੂੰ ਦਿੱਤਾ ਗਿਆ। ਇਹ ਸੰਸਾਰ ਇੱਕ ਮੁਕਤੀਦਾਤੇ ਦੇ ਇੰਤਜ਼ਾਰ ਦੇ ਵਿੱਚ ਸੀਗਾ। ਇਸ ਕਰਕੇ ਪਰਮੇਸ਼ਵਰ ਨੇ ਪ੍ਰਭੂ ਯਿਸੂ ਜੀ ਦੇ ਜਨਮ ਤੋਂ ਪਹਿਲਾਂ ਹੀ ਨਬੀਆਂ ਦੇ ਉੱਤੇ ਇਹਨੂੰ ਜ਼ਾਹਿਰ ਕੀਤਾ। ਉਹਨੇ ਨਬੀਆਂ ਦੀ ਪੁਸਤਕਾਂ ਦੇ ਵਿੱਚ ਇਸ ਨੂੰ ਪ੍ਰਗਟ ਕੀਤਾ। ਹਕੀਕੀ ਰੂਪ ਵਿੱਚ ਜਦੋਂ ਯਿਸੂ ਜੀ ਪੈਦਾ ਹੋਣ ਵਾਲੇ ਸੀ ਤਾਂ ਪਰਮੇਸ਼ਵਰ ਨੇ ਉਹਨਾਂ ਦੇ ਮਾਤਾ-ਪਿਤਾ ਨੂੰ ਮਾਨਸਿਕ ਰੂਪ ਵਿੱਚ ਮਜ਼ਬੂਤ ਕੀਤਾ ਅਤੇ ਤਿਆਰ ਕੀਤਾ। ਉਹਨੇ ਮੁਕਤੀਦਾਤੇ ਬਾਰੇ ਰਾਜਿਆਂ ਅਤੇ ਜੋਤਸ਼ੀਆਂ ਦੇ ਉੱਤੇ ਇਸ ਨੂੰ ਪ੍ਰਗਟ ਕੀਤਾ ਅਤੇ ਜਦੋਂ ਪ੍ਰਭੂ ਯਿਸੂ ਜੀ ਪੈਦਾ ਹੋਏ ਤਾਂ ਉਹਨੇ ਚਰਵਾਹਿਆਂ ਦੇ ਉੱਤੇ ਵੀ ਇਸ ਦੀ ਖੁਸ਼ਖਬਰੀ ਨੂੰ ਪ੍ਰਗਟ ਕੀਤਾ। ਸਵਰਗ ਖੁੱਲ ਗਿਆ ਅਤੇ ਸਵਰਗਦੂਤਾਂ ਦੀਆਂ ਟੋਲੀਆਂ ਨੇ ਪ੍ਰਭੂ ਯਿਸੂ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਮੰਗਲ ਗੀਤ ਗਾਏ। ਅਸੀਂ ਜਾਣਿਆ ਕਿ ਪਰਮੇਸ਼ਰ ਨੇ ਭੇਡਾਂ ਅਤੇ ਬੱਕਰੀਆਂ ਚਰਾਉਣ ਵਾਲੇ ਲੋਕਾਂ ਨੂੰ ਆਪਣੇ ਦੂਤ ਦੇ ਰਾਹੀਂ ਸੰਦੇਸ਼ ਦਿੱਤਾ ਤਾਂ ਜੋ ਪ੍ਰਭੂ ਯਿਸੂ ਜੀ ਦੇ ਕੋਲ ਜਾ ਕੇ ਉਸ ਨੂੰ ਦੰਡਵਤ ਕਰ ਸਕਣ। ਪਿਆਰੇ ਦਰਸ਼ਕੋ, ਬੇਸ਼ੱਕ ਇਹਨਾਂ ਚਰਵਾਇਆਂ ਦਾ ਮੁੱਖ ਪੇਸ਼ਾ ਪਸ਼ੂ ਪਾਲਣ ਹੋ ਸਕਦਾ ਹੈ, ਪਰ ਇਹ ਉਹਨਾਂ ਭੇਡਾਂ ਦਾ ਪਾਲਣ ਪੋਸ਼ਣ ਵੀ ਕਰਦੇ ਸੀ ਜਿਨ੍ਹਾਂ ਨੂੰ ਹੈਕਲ ਦੇ ਵਿੱਚ ਕੁਰਬਾਨ ਕੀਤਾ ਜਾਣਾ ਹੁੰਦਾ ਸੀ। ਬਾਈਬਲ ਬਾਣੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਵਰ ਦਾ ਲੇਲਾ ਜਾਂ ਮੇਮਨਾ ਕਿਹਾ ਜਾਂਦਾ ਹੈ, ਜੋ ਜਗਤ ਦੇ ਪਾਪਾਂ ਨੂੰ ਆਪਣੇ ਉੱਪਰ ਉਠਾ ਕੇ ਲੈ ਚਲੀ ਜਾਂਦਾ। ਪ੍ਰਭੂ ਯਿਸੂ ਜੀ ਪਰਮੇਸ਼ਵਰ ਵੱਲੋਂ ਉਹ ਮੇਮਨਾ ਸੀ ਜਿਹੜਾ ਇਸ ਸੰਸਾਰ ਦੀ ਸਾਰੀ ਮਨੁੱਖ ਜਾਤੀ ਦੇ ਪਾਪਾਂ ਦੀ ਕੁਰਬਾਨੀ ਦੇ ਲਈ ਕੁਰਬਾਨ ਹੋਣ ਵਾਲਾ ਸੀ। ਇਸ ਲਈ ਲੇਲੇ ਦੇ ਜਨਮ ਦੇ ਬਾਰੇ ਸੁਸਮਾਚਾਰ ਸੁਣਨ ਲਈ ਚਰਵਾਹਿਆਂ ਤੋਂ ਵੱਧ ਯੋਗ ਹੋਰ ਕੌਣ ਹੋ ਸਕਦਾ ਹੈ? ਆਓ ਅਸੀਂ ਪਰਮੇਸ਼ਰ ਨੂੰ ਕਹੀਏ ਕਿ ਉਹ ਚਰਵਾਹਿਆਂ ਦੇ ਉਦਾਹਰਣ ਨੂੰ ਸਾਡੇ ਆਪਣੇ ਦਿਲਾਂ ਦੇ ਵਿੱਚ ਲਾਗੂ ਕਰਨ ਵਿੱਚ ਮਦਦ ਕਰੇ, ਕਿਉਂਕਿ ਸਾਡਾ ਸਾਹਮਣਾ ਫਿਰ ਤੋਂ ਮਸੀਹ ਦੇ ਆਉਣ ਵਾਲੇ ਸੰਦੇਸ਼ ਦੇ ਨਾਲ ਹੈ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਅੱਜ ਦੇ ਵਚਨ ਦੇ ਅਨੁਸਾਰ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੀ ਖੁਸ਼ਖਬਰੀ ਦੇ ਬਾਰੇ ਸਾਨੂੰ ਸਿਖਾਇਆ ਕਿ ਉਹਨਾਂ ਦਾ ਜਨਮ ਲੈਣ ਵੇਲੇ ਲੋਕ ਕਿੰਨੇ ਖੁਸ਼ ਸੀ, ਕਿਉਂਕਿ ਇੱਕ ਵੱਡੇ ਸਮੇਂ ਤੋਂ ਪ੍ਰਭੂ ਜਿਸ ਮੁਕਤੀ ਦੀ ਆਸ ਕੀਤੀ ਜਾ ਰਹੀ ਸੀ ਉਹ ਇਸ ਸਮੇਂ ਪ੍ਰਗਟ ਹੋ ਗਈ ਸੀ। ਪਿਤਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਤੁਸੀਂ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ। ਹਰ ਇੱਕ ਵਿਅਕਤੀ ਨੂੰ ਜੋ ਮਹੱਤਵਪੂਰਨ ਹੈ ਪ੍ਰਭੂ ਜੀ ਯਿਸੂ ਮਸੀਹ ਦੇ ਜਨਮ ਦੀ ਖੁਸ਼ਖਬਰੀ ਨੂੰ ਦਿੱਤਾ। ਤੁਸੀਂ ਪਿਤਾ ਪਰਮੇਸ਼ਰ ਇਹਨਾਂ ਚਰਵਾਇਆਂ ਦੇ ਉੱਤੇ ਯਿਸੂ ਦੇ ਜਨਮ ਨੂੰ ਪ੍ਰਗਟ ਕੀਤਾ। ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ। ਔਰ ਉਹਨਾਂ ਨੇ ਪਿਤਾ ਪਰਮੇਸ਼ਰ ਸੱਚੇ ਦਿਲ ਨਾਲ ਪ੍ਰਭੂ ਜੀ ਤੁਹਾਡੇ ਜਨਮ ਦੀ ਖੁਸ਼ੀ ਮਨਾਈ ਔਰ ਬੈਤਲਹਮ ਜਾ ਕੇ ਪਿਤਾ ਪਰਮੇਸ਼ਰ ਯਿਸੂ ਮਸੀਹ ਜੀ ਨੂੰ ਬਾਲਕ ਰੂਪ ਵਿੱਚ ਪ੍ਰਭੂ ਜੀ ਸਵੀਕਾਰ ਕੀਤਾ, ਉਹਨਾਂ ਦੇ ਅੱਗੇ ਮੱਥਾ ਟੇਕਿਆ। ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸਾਡੀ ਚੀਜ਼ਾਂ ਦੱਸਦੀਆਂ ਹਨ ਪ੍ਰਭੂ ਜੀ। ਇਸ ਵਚਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਪਿਤਾ ਪਰਮੇਸ਼ਵਰ ਤੇਰੇ ਵਚਨ ਦੇ ਉੱਤੇ ਚੱਲਦੇ ਹੋਏ ਤੇਰੀ ਆਗਿਆਵਾਂ ਨੂੰ ਪੂਰੀ ਕਰੀਏ ਔਰ ਤੇਰੇ ਵਚਨ ਨੂੰ ਖੁਸ਼ੀ ਦੇ ਨਾਲ ਗਹਿਰਾਨ ਕਰਨ ਵਾਲੇ ਹੋ ਸਕੀਏ। ਪ੍ਰਭੂ ਜੀ ਇਸ ਅੱਛੇ ਵਚਨ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।